कहा बुद्ध सब तुच्छ हमारी। बरन सकै महिमा जो तिहारी। हम ना सकत कर सिफत तुम्हारी। आप ले हो तुम कथा सुधारी। हम ना सकत कर सिफत तुम्हारी। आप ले हो तुम कथा सुधारी। सतनाम श्री वाहिगुरु साहिब जी। जैत सरी महला पंजवा। गोबिंद जीवन प्राण धन रूप। अज्ञान मोह मगन महाप्रानी। अंधियारे महदीप। गोबिंद जीवन प्राण धन रूप। अज्ञान मोह मगन महाप्रानी। अंधियारे महदीप। वाहिगुरु जी का खालसा वाहिगुरु जी की फतेह। जुग जुग अटल खंडा ब्रह्मंडा ਦੇ ਮਾਲਕ ਸਮੁੱਚੀ ਕਾਇਨਾਤ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇ ਕੇ ਨਵਾਜਣ ਵਾਲੇ ਦੀਨ ਦਇਆਲ ਗਰੀਬ ਨਵਾਜ ਸਤਿਗੁਰੂ ਚਵਰ ਛਤਰ ਤਖਤਾਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤਿਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਆਪ ਗੁਰੂ ਖਾਲਸਾ ਜੀ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹੋ। ਜੁੜ ਬੈਠ ਕਰਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਦੀਵਾਨ ਸਜੇ ਹੋਏ ਹੈ। ਆਪ ਸਭ ਸੰਗਤ ਨੇ ਗੁਰਬਾਣੀ ਕੇ ਜਾਪ ਪਵਿੱਤਰ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੋਇਆ ਹਰ ਰੋਜ਼ ਦੀ ਤਰ੍ਹਾਂ ਜੋ ਆਪਾਂ ਸਾਧ ਸੰਗਤ ਜੀ ਗੁਰੂ ਕੇ ਉਪਦੇਸ਼ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਤੋ ਆਓ
ਜਿਵੇਂ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਹੈ, ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਹੈ, ਆਪਾਂ ਪ੍ਰੇਮ ਦੇ ਨਾਲ ਸਰਵਣ ਕਰੀਏ। ਕਥਾ ਦੀ ਲੜੀ ਦੇ ਵਿੱਚ ਜੁੜਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਸਭ ਸੰਗਤ ਪ੍ਰੇਮ ਦੇ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਗੋਬਿੰਦ ਜੀਵਨ ਪ੍ਰਾਨ ਧਨ ਰੂਪ, ਸਾਧ ਸੰਗਤ ਜੀ, ਜੈਤ ਸ੍ਰੀ ਰਾਗ ਦਾ ਨਾਮ ਹੈ। ਮਹੱਲਾ ਪੰਜਵਾ। ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਕੇ ਬੋਹਿਥ, ਨਿਮਰਤਾ ਦੇ ਅਥਾਹ ਸਾਗਰ, ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਮਹਾਰਾਜ ਸਾਨੂੰ ਸਿਖਾ ਰਹੇ ਹੈ। ਇਹ ਪਾਵਨ ਪਵਿੱਤਰ ਸ਼ਬਦ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 701 ਉੱਪਰ ਸੁਭਾਏਮਾਨ ਹੈ। ਸਾਧ ਸੰਗਤ ਜੀ, ਜਿਹੜਾ ਕਲਯੁਗੀ ਜੀਵ ਹੈ ਨਾ, ਇਹ ਜੀਵ ਕਹਿੰਦਾ ਹੈ ਕਿ ਜਿਹੜਾ ਮੇਰੇ ਕੋਲ ਪੈਸਾ ਹੈ, ਧਨ ਹੈ, ਦੌਲਤ ਹੈ, ਇਹ ਮੇਰੀ ਕਮਾਈ ਹੋਈ ਹੈ। ਜਿੰਨੀ ਮੇਰੇ ਕੋਲ ਪ੍ਰੋਪਰਟੀ ਹੈ, ਇਹ ਸਭ ਮੇਰੀ ਕਮਾਈ ਹੋਈ ਹੈ। ਫਿਰ ਰੂਪ, ਸਾਧ ਸੰਗਤ ਜੀ, ਜਿਹੜਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਰੀਰ ਬਖਸ਼ਿਆ ਹੋਇਆ, ਕਲਯੁਗੀ ਜੀਵ ਇਹ ਸਰੀਰ ਦਾ ਬਹੁਤ ਮਾਣ ਕਰਦਾ ਹੈ। ਸ਼ੀਸ਼ੇ ਦੇ ਅੱਗੇ ਖਲੋ ਕਰਕੇ ਮੂੰਹ ਦੇ ਉੱਪਰ ਪਾਊਡਰ ਇਤਿਆਦਿਕ ਲਾ ਲੈਣਾ ਤੇ ਫਿਰ ਕਹਿੰਦਾ ਮੈਂ ਬਹੁਤ ਸੋਹਣਾ ਲੱਗਦਾ, ਬੜਾ ਆਪਣੀ ਸੁੰਦਰਤਾ ਦਾ ਮਾਣ ਹੰਕਾਰ ਕਰਦਾ। ਪਰ ਸਾਧ ਸੰਗਤ ਜੀ, ਉਹ ਮਨੁੱਖ ਦੁਨੀਆ ਨੂੰ ਤੇ ਸੋਹਣਾ ਸੁੰਦਰ ਲੱਗ ਸਕਦਾ, ਪਰ ਉਹ ਪਰਮਾਤਮਾ ਨੂੰ ਕਦੇ ਵਾਸਤੇ ਸੁੰਦਰ ਸੋਹਣਾ ਨਹੀਂ ਲੱਗੇਗਾ। ਹੁਣ ਪਰਮਾਤਮਾ ਨੂੰ ਕਿਹੜੇ ਮਨੁੱਖ ਸੋਹਣੇ ਲੱਗਦੇ ਐ, ਸੁੰਦਰ ਲੱਗਦੇ ਐ? ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਤੁਹਾਨੂੰ ਕਿਹੜੇ ਮਨੁੱਖ ਚੰਗੇ ਸੁੰਦਰ ਲੱਗਦੇ ਹਨ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੈ। ਜਿਹੜੇ ਜੀਵ ਸੰਗਤ ਦੇ ਵਿੱਚ ਆਣ ਕਰਕੇ ਬੈਠਦੇ ਐ, ਜਿਹੜੇ ਮਨੁੱਖ ਸੰਗਤ ਵਿੱਚ ਆਣ ਕੇ ਬੈਠ ਕੇ ਕੀਰਤਨ ਸੁਣਦੇ ਐ, ਕਥਾ ਸੁਣਦੇ ਐ, ਬਾਣੀ ਸੁਣਦੇ ਐ, ਬਾਣੀ ਪੜ੍ਹਦੇ ਐ, ਉਹ ਭਾਈ ਮਨੁੱਖ ਮੈਨੂੰ ਸੋਹਣੇ ਲੱਗਦੇ ਆ, ਸੁੰਦਰ ਲੱਗਦੇ ਹਨ। ਸਾਧ ਸੰਗਤ ਜੀ, ਆਪਾਂ ਆਪਣੇ ਸਰੀਰ ਨੂੰ ਸ਼ਿੰਗਾਰ ਕੇ ਦੁਨੀਆ ਨੂੰ ਤਾਂ ਆਪਾਂ ਸਾਰੇ ਵਿਖਾਉਂਦੇ ਐ, ਪਰ ਸਾਧ ਸੰਗਤ ਜੀ ਦੁਨੀਆ ਨੂੰ ਤਾਂ ਸੋਹਣੇ ਲੱਗ ਸਕਦੇ ਐ, ਪਰ ਪਰਮਾਤਮਾ ਨੂੰ ਕਦੇ ਵਾਸਤੇ ਵੀ ਸੋਹਣੇ ਨਹੀਂ ਲੱਗਾਂਗੇ। ਸੋਹਣੇ ਉਹੀ ਲੱਗਦੇ ਐ ਸੱਚੇ ਪਾਤਸ਼ਾਹ ਜੀ ਨੂੰ, ਜਿਹੜੇ ਭਾਈ ਬਾਣੀ ਪੜ੍ਹਦੇ ਐ, ਬਾਣੀ ਸੁਣਦੇ ਐ, ਕਥਾ ਕੀਰਤਨ ਸੁਣਦੇ ਹਨ। ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਹੋ ਸਕੇ ਤੇ ਆਪ ਜੀ ਸੰਗਤ ਵਿੱਚ ਹੀ ਬੈਠਿਆ ਕਰੋ। ਦਰਬਾਰ ਦੇ ਵਿੱਚ ਕੁਰਸੀਆਂ ਦੇ ਉੱਪਰ ਬੈਠਣਾ, ਇਹ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੀ ਤੌਹੀਨ ਹੈ। ਸਾਧ ਸੰਗਤ ਜੀ, ਇਹ ਮਰਿਆਦਾ ਨਹੀਂ ਹੈ
ਕਿ ਆਪਾਂ ਦਰਬਾਰ ਦੇ ਵਿੱਚ ਕੁਰਸੀਆਂ ਲਗਾ ਕੇ ਤੇ ਕੁਰਸੀਆਂ ਉੱਪਰ ਬੈਠੀਏ। ਗੁਰੂ ਕੀ ਬਾਣੀ ਕਹਿੰਦੀ ਹੈ, ਖਸਮੈ ਕਰੈ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਸਾਧ ਸੰਗਤ ਜੀ, ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਕੁਰਸੀ ਲਗਾ ਕਰਕੇ ਤੇ ਮਹਾਰਾਜ ਜੀ ਦੇ ਬਰੋਬਰ ਆਪਣਾ ਆਸਣ ਲਾਵਾਂਗੇ ਤੇ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਆਖਦੀ ਕਿ ਭਾਈ ਉਹਨਾਂ ਨੂੰ ਦਰਗਾਹ ਦੇ ਵਿੱਚ ਬੇਇੱਜ਼ਤ ਕੀਤਾ ਜਾਂਦਾ ਹੈ, ਉਹਨਾਂ ਦੀ ਕਦੇ ਵਾਸਤੇ ਵੀ ਫਿਰ ਸੁਣਿਆਈ ਨਹੀਂ ਹੁੰਦੀ, ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਫਿਰ ਦਰਗਾਹ ਦੇ ਵਿੱਚ। ਇਸ ਕਰਕੇ ਸਾਧ ਸੰਗਤ ਜੀ ਬੇਨਤੀ ਹੈ ਕਿ ਜਿਹੜੇ ਸੰਗਤ ਦੇ ਵਿੱਚ ਬੈਠ ਸਕਦੇ ਹੈ ਉਹ ਸੰਗਤ ਵਿੱਚ ਹੀ ਬੈਠਿਆ ਕਰੋ, ਕੁਰਸੀਆਂ ਦੇ ਉੱਪਰ ਨਾ ਬੈਠਿਆ ਕਰੋ। ਸਾਧ ਸੰਗਤ ਜੀ, ਬਹੁਤ ਵੱਡੀ ਤੌਹੀਨ ਹੈ, ਬਹੁਤ ਵੱਡਾ ਪਾਪ ਹੈ ਜੇ ਆਪਾਂ ਮਹਾਰਾਜ ਜੀ ਦੇ ਅੱਗੇ ਆਪਣਾ ਵੱਖਰਾ ਹੀ ਆਸਣ ਲਗਾ ਕਰਕੇ ਬੈਠਾਂਗੇ। ਸੋ ਰਹੋ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿਹੜੇ ਰੂਪ ਦਾ ਤੂੰ ਹੰਕਾਰ ਕਰਦਾ, ਜਿਹੜੇ ਸਰੀਰ ਦਾ ਤੂੰ ਹੰਕਾਰ ਕਰਦਾ, ਇਹ ਹੰਕਾਰ ਤੂੰ ਛੱਡ ਦੇ। ਮਹਾਰਾਜ ਨੂੰ ਕਹਿ, ਹੇ ਮਹਾਰਾਜ, ਹੇ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੀਓ, ਇਹ ਜਿਹੜਾ ਮੈਂ ਜਿਉਂਦਾ ਫਿਰਦਾ ਹੈ ਨਾ ਧਰਤੀ ਦੇ ਉੱਪਰ, ਇਹ ਤੇਰਾ ਹੀ ਦਿੱਤਾ ਹੋਇਆ ਜੀਵਨ ਹੈ ਮਹਾਰਾਜ। ਜਿਹੜੇ ਮੈਂ ਸਾਹ ਲੈ ਰਿਹਾ, ਸਵਾਸ ਲੈ ਰਿਹਾ ਮਹਾਰਾਜ, ਇਹ ਵੀ ਤੁਹਾਡੇ ਦਿੱਤੇ ਹੋਏ ਨੇ। ਜਿਹੜਾ ਮੇਰੇ ਕੋਲ ਧਨ ਦੌਲਤ ਹੈ, ਪੈਸਾ ਹੈ, ਇਹ ਵੀ ਸੱਚੇ ਪਾਤਸ਼ਾਹ ਜੀ ਤੁਸਾਂ ਨੇ ਬਖਸ਼ਿਆ ਹੋਇਆ ਹੈ ਮਹਾਰਾਜ। ਜਿਹੜਾ ਮੇਰਾ ਰੂਪ ਹੈ, ਜਿਹੜਾ ਸੁੰਦਰ ਸਰੂਪ ਹੈ ਸੱਚੇ ਪਾਤਸ਼ਾਹ ਜੀ, ਮੇਰਾ ਸਰੀਰ ਹੈ, ਇਹ ਵੀ ਸੱਚੇ ਪਾਤਸ਼ਾਹ ਜੀ ਤੁਸਾਂ ਨੇ ਬਖਸ਼ਿਆ ਹੈ ਮਹਾਰਾਜ, ਤੁਹਾਡਾ ਹੀ ਦਿੱਤਾ ਹੋਇਆ ਮਹਾਰਾਜ। ਮੈਂ ਕਲਯੁਗੀ ਜੀਵ ਵਰਤ ਰਿਹਾ ਹਾਂ, ਅਗਿਆਨ ਮੋਹ ਮਗਨ ਮਹਾਪ੍ਰਾਨੀ, ਅੰਧਿਆਰੇ ਮਹਿਦੀਪ। ਸਾਧ ਸੰਗਤ ਜੀ, ਫਿਰ ਕਲਯੁਗੀ ਜੀਵ ਮਨੁੱਖ ਇਹ ਕਲਯੁਗ ਦੇ ਸਮੇਂ ਦੇ ਵਿੱਚ ਗਿਆਨ ਨਾ ਹੋਣ ਕਰਕੇ ਝੂਠੇ ਮੋਹ ਦੇ ਵਿੱਚ ਹੀ ਫਸਿਆ ਹੋਇਆ। ਇਹ ਕਈ ਕਹਿੰਦੇ ਕਿ ਮੇਰਾ ਮਾਤਾ ਪਿਤਾ ਸਹਾਈ ਹੋਵੇਗਾ ਤੇ ਮੇਰਾ ਮਾਤਾ ਪਿਤਾ ਮੈਨੂੰ ਛਡਾ ਲਵੇਗਾ, ਬਚਾ ਲਵੇਗਾ ਔਖੇ ਸਮੇਂ ਵੇਲੇ। ਮਾਤਾ ਪਿਤਾ ਕਹਿੰਦਾ ਕਿ ਮੇਰਾ ਬੱਚਾ ਮੇਰਾ ਸਾਥ ਦੇਵੇਗਾ, ਮੇਰੇ ਚਾਚੇ ਤਾਏ ਮੇਰਾ ਸਾਥ ਦੇਵਣਗੇ, ਮੇਰੇ ਰਿਸ਼ਤੇਦਾਰ ਮੇਰਾ ਸਾਥ ਦੇਵਣਗੇ। ਸਾਧ ਸੰਗਤ ਜੀ, ਇਹ ਜਿਹੜਾ ਝੂਠਾ ਪ੍ਰੇਮ ਪਾਇਆ ਹੋਇਆ, ਮੋਹ ਪਾਇਆ ਹੋਇਆ, ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਝੂਠਾ ਹੈ। ਇਹ ਝੂਠੇ ਪ੍ਰੇਮ ਦੇ ਵਿੱਚ ਹੀ ਸਾਰੇ ਲੱਗੇ ਹੋਏ ਹੈ। ਅੱਜ ਕੱਲ੍ਹ ਬੜੇ ਮਿਲਦੇ ਹੈ, ਬੜੇ ਜਾਣੇ ਸਾਧ ਸੰਗਤ ਜੀ ਰਿਸ਼ਤੇਦਾਰ ਕਹਿੰਦੇ ਕਿ ਭਾਈ ਤੂੰ ਟੈਨਸ਼ਨ ਨਾ ਲਈ, ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਸਾਥ ਦੇਵਾਂਗਾ। ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਇਹ ਸਾਰੇ ਝੂਠ ਬੋਲਦੇ ਹੈ। ਜਿਹੜੇ ਕਹਿੰਦੇ ਆ ਨਾ ਕਿ ਮੈਂ ਔਖੇ ਵੇਲਾ ਤੇਰਾ ਸਾਥ ਦੇਵਾਂਗਾ, ਮੈਂ ਤੇਰੀ ਮਦਦ ਕਰਾਂਗਾ ਔਖੇ ਸਮੇਂ, ਇਹ ਸਾਰੇ ਝੂਠ ਬੋਲਦੇ ਆ। ਹਮ ਤੁਮ ਸੰਗ ਝੂਠੇ ਸਭ ਬੋਲਾ, ਇਹ ਸਾਰੇ ਝੂਠੇ ਨੇ, ਸਾਰੇ ਝੂਠ ਬੋਲਦੇ, ਕੋਈ ਵੀ ਔਖੇ ਸਮੇਂ ਤੇਰਾ ਸਾਥ ਨਹੀਂ ਦੇਣ ਵਾਲਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਇਹ ਝੂਠੇ ਮੋਹ ਪਿਆਰ ਦੇ ਵਿੱਚ ਫਸੇ ਹੋਏ ਨੇ। ਫਿਰ ਅੰਧਿਆਰੇ ਮਹਿਦੀਪ, ਇਹ ਅਗਿਆਨ ਦੇ ਹਨੇਰੇ ਦੇ ਵਿੱਚੋਂ ਪਰਮਾਤਮਾ ਹੀ ਹੈ ਜੋ ਗਿਆਨ ਦਾ ਦੀਪਕ ਦੇ ਕਰਕੇ ਤੇ ਤੈਨੂੰ ਗਿਆਨ ਕਰਵਾ ਸਕਦਾ ਹੈ। ਸਾਧ ਸੰਗਤ ਜੀ, ਕਮਰੇ ਦੇ ਵਿੱਚ ਹਨੇਰਾ ਹੋਵੇ ਤੇ ਕਿਸੇ ਨੇ ਚੀਜ਼ ਲੱਭਣੀ ਹੋਵੇ, ਉਸ ਕਮਰੇ ਦੇ ਵਿੱਚੋਂ ਹਨੇਰੇ ਦੇ ਵਿੱਚੋਂ ਚੀਜ਼ ਨਹੀਂ ਨਾ ਲੱਭ ਸਕਦੇ ਜਿੰਨਾ ਚਿਰ ਸਾਧ ਸੰਗਤ ਜੀ ਰੋਸ਼ਨੀ ਨਾ ਹੋਵੇਗੀ। ਜਿੰਨਾ ਚਿਰ ਸਾਧ ਸੰਗਤ ਜੀ ਰੋਸ਼ਨੀ ਨਾ ਹੋਵੇਗੀ ਤੇ ਉਵੇਂ ਉਤਨੇ ਸਮੇਂ ਆਪਾਂ ਉਹ ਕਮਰੇ ਦੇ ਵਿੱਚੋਂ ਕੋਈ ਚੀਜ਼ ਨਹੀਂ ਲੱਭ ਸਕਦੇ ਹਾਂ। ਪਿਛਲਿਆਂ ਸਮਿਆਂ ਦੇ ਵਿੱਚ ਦੀਪਕ ਹੁੰਦੇ ਸਨ, ਦੀਵੇ ਹੁੰਦੇ ਸਨ, ਹੁਣ ਤਾਂ ਸਾਧ ਸੰਗਤ ਜੀ ਇਹ ਲਾਈਟਾਂ ਆ ਗਈਆਂ, ਬਲਬ ਆ ਗਏ ਆ ਜਿਨ੍ਹਾਂ ਨੂੰ ਜਗਾ ਲੈਂਦੇ ਆ ਤੇ ਹਨੇਰਾ ਦੂਰ ਭੱਜ ਜਾਂਦਾ ਹੈ। ਪਹਿਲਾਂ ਸਾਧ ਸੰਗਤ ਜੀ ਦੀਵੇ ਹੁੰਦੇ ਸਨ, ਦੀਪਕ ਹੁੰਦੇ ਸਨ, ਜਿਨ੍ਹਾਂ ਨੂੰ ਜਗਾਇਆ
ਤੇ ਫਿਰ ਕਮਰੇ ਦੇ ਵਿੱਚ ਚਾਨਣੀ ਹੋ ਜਾਂਦਾ ਸੀ, ਰੋਸ਼ਨੀ ਹੋ ਜਾਂਦੀ ਸੀ, ਤੇ ਫਿਰ ਉਹ ਰੋਸ਼ਨੀ ਦੇ ਨਾਲ ਹੀ ਕਮਰੇ ਦੇ ਵਿੱਚੋਂ ਆਸਾਨੀ ਦੇ ਨਾਲ ਚੀਜ਼ ਲੱਭ ਲਿਆ ਕਰਦੇ ਸਨ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਜੀਵ, ਤੇਰੇ ਜੀਵਨ ਦੇ ਵਿੱਚ ਵੀ ਹਨੇਰਾ ਪਿਆ ਹੋਇਆ, ਹਨੇਰੇ ਪੈਣ ਦੇ ਨਾਲ ਤੈਨੂੰ ਕੋਈ ਸਮਝ ਨਹੀਂ ਲੱਗਦਾ, ਤੈਨੂੰ ਸਮਝ ਨਹੀਂ ਹੈ ਕਿ ਕੌਣ ਮੇਰਾ ਤੇ ਕੌਣ ਬਗਾਨਾ ਹੈ। ਇਸ ਕਰਕੇ ਤੂੰ ਸਾਰਿਆਂ ਨੂੰ ਆਪਣਾ ਹੀ ਸਮਝਦਾ, ਸਾਰਿਆਂ ਨੂੰ ਤੂੰ ਪ੍ਰੇਮ ਕਰਦਾ, ਮੋਹ ਪਾਇਆ ਹੋਇਆ ਸਾਰਿਆਂ ਦੇ ਨਾਲ, ਇਹ ਝੂਠੇ ਨੇ। ਪਰ ਸਾਧ ਸੰਗਤ ਜੀ, ਜਦੋਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਗਿਆਨ ਆ ਗਿਆ, ਸਮਝ ਆ ਗਈ, ਉਦੋਂ ਸਾਧ ਸੰਗਤ ਜੀ ਫਿਰ ਇਹ ਸਾਰੇ ਝੂਠੇ ਨਜ਼ਰ ਆਉਣਗੇ। ਫਿਰ ਕੇਵਲ ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਲੱਗੇਗਾ ਕਿ ਭਾਈ ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਹੈ, ਬਾਕੀ ਸਭ ਕੁਝ ਹੀ ਝੂਠ ਹੈ। ਜਦੋਂ ਪਰਮਾਤਮਾ ਦਾ ਸਾਧ ਸੰਗਤ ਜੀ ਨਾਮ ਦਾ ਗਿਆਨ ਆ ਗਿਆ, ਇਸ ਕਰਕੇ ਭਾਈ ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਮੋਹ ਦੇ ਵਿੱਚ ਫਸੇ ਹੋਏ ਹੈ ਨਾ, ਜਿਹੜੇ ਆਪਣੇ ਸਾਕ ਸੰਬੰਧੀਆਂ ਦੇ ਨਾਲ ਪ੍ਰੇਮ ਲਾਈ ਬੈਠੇ ਹੈ, ਜਿਹੜੇ ਮਾਤਾ ਪਿਤਾ ਕਹਿੰਦੇ ਕਿ ਪੁੱਤਰ ਮੇਰਾ ਸਾਥ ਦੇਣਗੇ, ਪੁੱਤਰ ਕਹਿੰਦੇ ਆ ਮਾਤਾ ਪਿਤਾ ਮੇਰਾ ਸਾਥ ਦੇਵੇਗਾ ਔਖੇ ਸਮੇਂ, ਇਹ ਭਾਈ ਸਾਰੇ ਝੂਠੇ ਨੇ। ਜਦੋਂ ਗਿਆਨ ਆ ਗਿਆ ਉਦੋਂ ਭਾਈ ਸਾਰਾ ਕੁਝ ਇਹ ਝੂਠ ਲੱਗੇਗਾ। ਕੇਵਲ ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਤੈਨੂੰ ਭਾਈ ਸੱਚਾ ਲੱਗੇਗਾ, ਜਿਹੜਾ ਤੇਰਾ ਆਖਰੀ ਸਮੇਂ ਤੇਰਾ ਸਹਾਇਕ ਬਣੇਗਾ। ਰਹਾਉ। ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ। ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ, ਚਰਨ ਕਮਲ ਆਨੂਪ। ਹੇ ਮਹਾਰਾਜ ਮੇਰੇ ਪਿਆਰੇ ਪ੍ਰੀਤਮ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਹੀ ਕੀਤੇ ਮਹਾਰਾਜ ਸਫਲ ਹੈ। ਇਹ ਸਾਧ ਸੰਗਤ ਜੀ, ਇਹ ਅੰਦਰ ਤੜਫ ਹੋਣੀ ਚਾਹੀਦੀ ਹੈ, ਜਿਵੇਂ ਜੀਵਾਂ ਮਨੁੱਖਾਂ ਦੇ ਅੰਦਰ ਤੜਫ ਹੁੰਦੀ ਹੈ ਕਿ ਆਹ ਚੀਜ਼ ਮੈਨੂੰ ਪ੍ਰਾਪਤ ਹੋ ਜਾਵੇ, ਇੰਨਾ ਧਨ ਮੇਰੇ ਕੋਲ ਆ ਜਾਵੇ। ਇਹ ਜਿਹੜੇ ਲਾਲਚ ਲੱਗੇ ਹੋਏ ਹੈ ਨਾ ਸਾਧ ਸੰਗਤ ਜੀ, ਇਹ ਸਾਰੇ ਝੂਠੇ ਨੇ। ਇਹ ਲਾਲਚ ਹੋਣਾ ਚਾਹੀਦਾ ਕਿ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਵਣ। ਦਰਸ਼ਨ ਸਾਧ ਸੰਗਤ ਜੀ ਮਹਾਰਾਜ ਜੀ ਦੇ ਕੀਤੇ ਜਿਹੜੇ ਕਰਦੇ ਆ ਉਹਨਾਂ ਦੀ ਘੜੀ ਸਫਲ ਹੈ। ਇਸ ਕਰਕੇ ਇਹ ਕਿਹਾ ਕਰੋ, ਮਹਾਰਾਜ ਆਪਣੇ ਤੁਸੀਂ ਦਰਸ਼ਨ ਮੈਨੂੰ ਦਿਓ, ਮਹਾਰਾਜ ਤੁਹਾਡੇ ਦਰਸ਼ਨ ਕੀਤੇ ਵਾਲਾ ਸਮਾਂ ਹੀ ਮਹਾਰਾਜ ਸਫਲ ਹੈ। ਸਾਧ ਸੰਗਤ ਜੀ, ਜਦੋਂ ਆਪਾਂ ਦਰਸ਼ਨ ਕਰਦੇ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਤੇ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਸੁਣਦੇ ਹੈ। ਸੱਚੇ ਪਾਤਸ਼ਾਹ ਜੀ ਦੀ ਬਾਣੀ ਆਖਦੀ ਹੈ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਉਹਨਾਂ ਦੇ ਜਨਮ ਅਤੇ ਮਰਨ ਦੇ ਭੈੜੇ ਦੁੱਖ ਹੀ ਕੱਟੇ ਜਾਂਦੇ ਜਿਹੜੇ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਇਸ ਕਰਕੇ ਭਾਈ ਇਹ ਬੇਨਤੀ ਕਰ ਮਹਾਰਾਜ ਦੇ ਅੱਗੇ ਕਿ ਹੇ ਮਹਾਰਾਜ, ਹੇ ਮੇਰੇ ਪ੍ਰੀਤਮ ਪਿਆਰੇ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨ ਹੀ ਮਹਾਰਾਜ ਕੀਤੇ ਹੋਏ ਸਫਲ ਹਨ। ਫਿਰ ਚਰਨ ਕਮਲ ਆਨੂਪ, ਤੁਹਾਡੇ ਚਰਨ ਕਮਲਾਂ ਵਰਗੇ ਮਹਾਰਾਜ ਬੜੀ ਉਪਮਾ ਤੋਂ ਰਹਿਤ ਹੈ। ਸਾਧ ਸੰਗਤ ਜੀ, ਰਤਨ ਹੁੰਦਾ, ਹੀਰਾ ਹੁੰਦਾ, ਉਹਦੀ ਆਪਾਂ ਉਸਤਤ ਵਡਿਆਈ ਕਰ ਸਕਦੇ ਹਾਂ, ਕੁਦਰਤ ਦੀ ਵਡਿਆਈ ਕਰ ਸਕਦੇ ਹਾਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਰੂਪੀ ਚਰਨਾਂ ਦੀ ਵਡਿਆਈ ਕਦੇ ਵਾਸਤੇ ਵੀ ਹੋ ਨਹੀਂ ਸਕਦੀ ਹੈ। ਇਹ ਉਪਮਾ ਤੋਂ ਰਹਿਤ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਤੁਸੀਂ ਉੱਚੇ ਹੋ, ਇਸ ਕਰਕੇ ਮਹਾਰਾਜ ਮੇਰੀ ਜੀਭਾ ਛੋਟੀ ਹੈ, ਮੇਰੀ ਜੀਭ ਮਹਾਰਾਜ ਆਪ ਜੀ ਦੀ ਵਡਿਆਈ ਨਹੀਂ ਕਰ ਸਕਦੀ। ਅਨੇਕ ਵਾਰ ਕਰੋ ਤਿਹ ਬੰਦਨ, ਮਨਹਿ ਚੜਾਵੋ ਧੂਪ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਂ ਤੁਹਾਨੂੰ ਅਨੇਕਾਂ ਹੀ ਵਾਰ ਨਮਸਕਾਰ ਕਰਦਾ ਹਾਂ। ਅਨੇਕਾਂ ਹੀ ਵਾਰ ਮਹਾਰਾਜ ਤੁਹਾਡੇ ਚਰਨਾਂ ਦੇ ਉੱਪਰ ਸਾਡੀ ਨਮਸਕਾਰ ਹੈ। ਡੰਡਾਉਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਚੇ ਪਾਤਸ਼ਾਹ ਜੀ, ਮੈਨੂੰ ਰੱਖ ਲਓ ਇਸ ਭਵਜਲ ਸੰਸਾਰ ਸਮੁੰਦਰ ਦੇ ਵਿੱਚੋਂ। ਮਹਾਰਾਜ ਅਨੇਕਾਂ ਵਾਰ ਹੀ ਤੁਹਾਡੇ ਚਰਨਾਂ 'ਤੇ ਮੈਂ ਨਮਸਕਾਰ ਕਰਦਾ ਹਾਂ। ਫਿਰ ਮਨਹਿ ਚੜਾਵੋ ਧੂਪ,
ਮਹਾਰਾਜ ਮੈਂ ਤੁਹਾਨੂੰ ਮਨ ਹੀ ਆਪਣਾ ਅਰਪਣ ਕਰਦਾ ਹਾਂ। ਮਹਾਰਾਜ ਮੇਰਾ ਕੀਤਾ ਹੋਇਆ ਮਨ ਜਿਹੜਾ ਮੈਂ ਅਰਪਣ ਕੀਤਾ ਹੋਇਆ ਮਹਾਰਾਜ ਇਹੋ ਹੀ ਤੁਹਾਨੂੰ ਧੂਪ ਦੇਣੀ ਹੈ। ਸਾਧ ਸੰਗਤ ਜੀ ਆਪਾਂ ਧੂਪ ਬੱਤੀ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਕਿ ਭਾਈ ਤੂੰ ਆਪਣਾ ਮਨ ਹੀ ਅਰਪਣ ਕਰਦੇ ਮਹਾਰਾਜ ਨੂੰ, ਇਹੋ ਹੀ ਪ੍ਰਮਾਤਮਾ ਨੂੰ ਧੂਪ ਦੇਣੀ ਹੈ। ਇਸ ਕਰਕੇ ਇਹ ਕਹਿ ਮਹਾਰਾਜ ਮੈਂ ਆਪਣਾ ਮਨ ਹੀ ਤੁਹਾਨੂੰ ਅਰਪਣ ਕਰਤਾ, ਇਹੋ ਹੀ ਮਹਾਰਾਜ ਤੁਹਾਨੂੰ ਧੂਪ ਦੇਣੀ ਹੈ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ, ਦ੍ਰਿੜ ਕਰ ਗਹੀ ਤੁਮਾਰੀ ਲੂਕ। ਮਹਾਰਾਜ ਹੁਣ ਮੈਂ ਇਹ ਸਾਗ ਸੰਬੰਧੀਆਂ ਦੇ ਨਾਲ ਪ੍ਰੇਮ ਜੋੜ ਕਰਕੇ ਦੂਸਰੇ ਦੁਆਰਿਆਂ 'ਤੇ ਜਾ ਕੇ ਮਹਾਰਾਜ ਮੈਂ ਹੁਣ ਹਾਰ ਗਿਆ ਹਾਂ। ਹਾਰ ਕੇ ਮਹਾਰਾਜ ਹੁਣ ਮੈਂ ਤੁਹਾਡੇ ਦੁਆਰੇ 'ਤੇ ਆਇਆ ਹਾਂ। ਸੱਚੇ ਪਾਤਸ਼ਾਹ ਜੀ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਮੈਂ ਹੁਣ ਹਾਰ ਗਿਆ ਹਾਂ, ਹਾਰ ਕੇ ਤੁਹਾਡੇ ਦੁਆਰੇ 'ਤੇ ਆਇਆ ਹਾਂ। ਸੱਚੇ ਪਾਤਸ਼ਾਹ ਜੀ ਹੁਣ ਮੈਂ ਤੁਹਾਡੀ ਸ਼ਰਨ ਨੂੰ ਆਣ ਕੇ ਮਹਾਰਾਜ ਤੱਕਿਆ ਹੈ। ਹੁਣ ਮਹਾਰਾਜ ਇਹ ਮੇਰੇ ਮਨ ਦੇ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਹੈ ਕਿ ਮਹਾਰਾਜ ਤੁਹਾਡੇ ਚਰਨਾਂ ਤੋਂ ਸਿਵਾ ਹੋਰ ਕੋਈ ਮੇਰਾ ਆਸਰਾ ਨਹੀਂ ਹੈ। ਇਸ ਕਰਕੇ ਮਹਾਰਾਜ ਸਾਰਿਆਂ ਦਾ ਸਾਥ ਛੱਡ ਕੇ ਮਹਾਰਾਜ ਹੁਣ ਮੈਂ ਤੁਹਾਡੇ ਦੁਆਰੇ 'ਤੇ ਆ ਗਿਆ ਹਾਂ। ਕਿਰਪਾ ਕਰਕੇ ਹੁਣ ਮੇਰੀ ਬਾਂਹ ਫੜ ਕੇ ਇਸ ਭਵਜਲ ਸੰਸਾਰ ਸਮੁੰਦਰ ਤੋਂ ਰੱਖ ਲਓ ਜੀ। ਕਾਢ ਲੇਹੋ ਨਾਨਕ ਆਪਣੇ ਕਉ, ਸੰਸਾਰ ਪਾਵਕ ਕੇ ਕੂਪ। ਮਹਾਰਾਜ ਕਿਰਪਾ ਕਰੋ ਹੁਣ ਮੈਨੂੰ ਆਪਣਾ ਬਣਾ ਕੇ ਮਹਾਰਾਜ ਮੈਨੂੰ ਇਹ ਭਵਜਲ ਸੰਸਾਰ ਸਮੁੰਦਰ ਦੀ ਅੱਗ ਦੇ ਵਿੱਚੋਂ ਮਹਾਰਾਜ, ਖੂਹੇ ਦੇ ਵਿੱਚੋਂ ਮਹਾਰਾਜ ਮੈਨੂੰ ਕੱਢ ਲਓ। ਮਹਾਰਾਜ ਮੈਂ ਇਹ ਅੱਗ ਦੇ ਵਿੱਚ ਫਸ ਕਰਕੇ ਸੜ ਰਿਹਾ ਹਾਂ, ਝੂਠੇ ਮੋਹ ਦੇ ਵਿੱਚ ਫਸ ਕੇ ਮਹਾਰਾਜ ਮੈਂ ਇਹ ਅੱਗ ਦੇ ਵਿੱਚ ਸੜ ਰਿਹਾ ਹਾਂ। ਇਹ ਮਹਾਰਾਜ ਖੂਹੇ ਦੇ ਵਿੱਚ ਮੈਂ ਡਿੱਗਿਆ ਹੋਇਆ। ਕਿਰਪਾ ਕਰਕੇ ਮਹਾਰਾਜ ਮੈਨੂੰ ਆਪਣਾ ਬਣਾ ਕੇ ਕਿਰਪਾ ਕਰਕੇ ਮਹਾਰਾਜ ਮੈਨੂੰ ਰੱਖ ਲਓ, ਜਿਹਦੇ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵਾਲੀ ਦਾਤ ਮਹਾਰਾਜ ਮੈਨੂੰ ਪ੍ਰਾਪਤ ਹੋਵੇ। ਮਹਾਰਾਜ ਹੋਰ ਕੋਈ ਮੇਰਾ ਆਸਰਾ ਨਹੀਂ ਹੈ, ਕੇਵਲ ਤੇ ਕੇਵਲ ਆਪ ਜੀਆਂ ਦੇ ਚਰਨਾਂ ਦਾ ਆਸਰਾ, ਤੁਹਾਡੇ ਨਾਮ ਦਾ ਆਸਰਾ। ਕਿਰਪਾ ਕਰਕੇ ਮਹਾਰਾਜ ਮੈਨੂੰ ਰੱਖ ਲਓ। ਇਹ ਸੱਚੇ ਪਾਤਸ਼ਾਹ ਜੀ ਸਾਨੂੰ ਬੇਨਤੀਆਂ ਕਰਨੀਆਂ ਦੱਸ ਰਹੇ ਹੈ। ਮਹਾਰਾਜ ਕਿਰਪਾ ਕਰਨ ਆਇਆ ਹੋਇਆ ਉਪਦੇਸ਼ ਸਾਡੇ ਕਲਯੁਗੀ ਜੀਵਾਂ ਤੇ ਹਿਰਦਿਆਂ 'ਤੇ ਵਸੇ, ਜਿਸ ਕਰਕੇ ਸਾਡਾ ਵੀ ਸਾਧ ਸੰਗਤ ਜੀ ਭਲਾ ਹੋ ਜਾਵੇ। ਆਪਾਂ ਬਹੁਤਾਤ ਗਿਣਤੀ ਦੇ ਵਿੱਚ ਸਾਧ ਸੰਗਤ ਜੀ ਅਰਦਾਸਾਂ 'ਤੇ ਬਹੁਤ ਕਰਾਉਂਦੇ ਹੈ, ਬਹੁਤ ਅਰਦਾਸਾਂ ਕਰਦੇ ਆ ਮਹਾਰਾਜ ਜੀ ਦੇ ਅੱਗੇ ਆਣ ਕੇ। ਪਰ ਸਾਧ ਸੰਗਤ ਜੀ ਜੋ ਇਹ ਜਿਹੜੀ ਸ੍ਰੇਸ਼ਟ ਅਰਦਾਸ ਹੈ ਉਹ ਅੱਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸੀ ਹੈ ਕਿ ਭਾਈ ਕੇਵਲ ਤੇ ਕੇਵਲ ਵਾਹਿਗੁਰੂ ਜੀ ਦੇ ਨਾਮ ਦਾ ਹੀ ਆਸਰਾ ਮੰਗਣਾ ਹੈ, ਕਿਉਂਕਿ ਕੇਵਲ ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਭਾਈ ਤੁਹਾਨੂੰ ਛਡਾਉਣ ਵਾਲਾ ਇਸ ਭਵਜਲ ਸੰਸਾਰ ਸਮੁੰਦਰ ਦੇ ਵਿੱਚੋਂ। ਤੋ ਸਾਧ ਸੰਗਤ ਜੀ ਇਹ ਬੇਨਤੀਆਂ ਕਰਨੀਆਂ। ਮੈਂ ਇੱਕ ਹੋਰ ਬੇਨਤੀ ਕਰਾਂ ਸਾਧ ਸੰਗਤ ਜੀ, ਜਿਸ ਵਕਤ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋ ਰਹੀ ਹੋਵੇ, ਬਹੁਤਾਤ ਗਿਣਤੀ ਦੇ ਵਿੱਚ ਮਾਫ਼ ਕਰਿਓ, ਸਾਨੂੰ ਅਰਦਾਸ ਦੇ ਵਿੱਚ ਖਲੋਣਾ ਹੀ ਭੁੱਲ ਗਿਆ ਕਿ ਅਰਦਾਸ ਦੇ ਵਿੱਚ ਖਲੋਣਾ ਕਿਵੇਂ ਹੈ। ਸਾਧ ਸੰਗਤ ਜੀ ਜਦੋਂ ਅਰਦਾਸ ਹੁੰਦੀ ਹੈ ਨਾ, ਇਹ ਬੇਨਤੀ ਹੈ ਕਿ ਆਪਣੇ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਖਲੋਇਆ ਕਰੋ, ਕਿਉਂਕਿ ਮਹਾਰਾਜ ਜੀ ਦੇ ਬਚਨ ਹੈ ਦੋਏ ਕਰ ਜੋੜ ਕਰੋ ਅਰਦਾਸ। ਬਾਣੀ ਦੇ ਵਿੱਚ ਲਿਖਿਆ ਭਾਈ ਦੋਵੇਂ ਹੱਥ ਜੋੜ ਕੇ ਤੇ ਫਿਰ ਅਰਦਾਸ ਕਰਨੀ ਹੈ ਮਹਾਰਾਜ ਜੀ ਦੇ ਅੱਗੇ। ਪਰ ਅੱਜ ਸਾਧ ਸੰਗਤ ਜੀ ਇਹ ਸਮਾਂ ਹੀ ਬਦਲ ਚੁੱਕਿਆ, ਮਰਿਆਦਾ ਹੀ ਭੁੱਲ ਗਏ ਹੈ। ਆਪਾਂ ਸਾਰਿਆਂ ਨੇ ਉਂਗਲਾਂ ਦੇ ਵਿੱਚ ਉਂਗਲਾਂ ਪਾਈਆਂ ਹੁੰਦੀਆਂ। ਕਈ ਸਾਧ ਸੰਗਤ ਜੀ ਕੰਧ ਦੇ ਨਾਲ ਢੋਹ ਲਾ ਕੇ ਖਲੋਤੇ ਹੁੰਦੇ ਹੈ, ਕਈ ਇੱਕ ਲੱਤ ਦੇ ਨਾਲ ਦੂਸਰੀ ਲੱਤ ਦੇ ਉੱਪਰ ਖੁਰਕ ਰਹੇ ਹੁੰਦੇ ਆ, ਖਾਰਸ਼ ਕਰ ਰਹੇ ਹੁੰਦੇ ਹੈ। ਕਈਆਂ ਨੇ ਆਪਣੇ ਹੱਥ ਦੇ ਵਿੱਚ ਮੋਬਾਈਲ ਫੜਿਆ ਹੁੰਦਾ ਜਦੋਂ ਅਰਦਾਸ ਹੋ ਰਹੀ ਹੁੰਦੀ ਹੈ। ਅਤੇ ਸਾਧ ਸੰਗਤ ਜੀ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ, ਕਿਉਂਕਿ ਸਾਧ ਸੰਗਤ ਜੀ ਆਪਾਂ ਤਾਂ ਹੀ ਘਾਟੇ ਦੇ ਵਿੱਚ ਜਾ ਰਹੇ ਹਾਂ, ਆਪਾਂ ਮਰਿਆਦਾ ਤੋਂ ਦੂਰ ਹੋਈ ਜਾ ਰਹੇ ਹਾਂ।
ਇਹ ਗੱਲਾਂ ਦਾ ਆਪਾਂ ਨੇ ਖਿਆਲ ਰੱਖਣਾ ਹੈ। ਦੋਵੇਂ ਹੱਥ ਜੋੜ ਕੇ ਹੋ ਸਕੇ ਤੇ ਦੋਵੇਂ ਪੈਰ ਜੋੜ ਕਰਕੇ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਕਰੋ। ਸਾਧ ਸੰਗਤ ਜੀ, ਇਹ ਬੇਨਤੀਆਂ ਆਪ ਜੀਆਂ ਨੇ ਜ਼ਰੂਰ ਪ੍ਰਵਾਨ ਕਰਨੀਆਂ, ਕਿਉਂਕਿ ਦਾਸ ਨੇ ਕੱਲ੍ਹ ਵੇਖਿਆ ਜਦੋਂ ਅਰਦਾਸ ਹੋ ਰਹੀ ਸੀਗੀ, ਕਈ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਖਲੋ ਕੇ ਤੇ ਕਈ ਮੋਬਾਈਲ ਚਲਾ ਰਹੇ ਸਨ। ਕਈਆਂ ਨੇ ਆਪਣੇ ਕੰਨ ਦੇ ਨਾਲ ਮੋਬਾਈਲ ਲਾਇਆ ਹੋਇਆ ਸੀ, ਕੋਈ ਨੈੱਟ ਚਲਾ ਰਿਹਾ। ਬਹੁਤਾ ਮੰਦਾ ਹਾਲ ਹੋ ਗਿਆ ਸਾਧ ਸੰਗਤ ਜੀ। ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ, ਜਦੋਂ ਅਰਦਾਸ ਦੇ ਵਿੱਚ ਖਲੋਣਾ ਦੋਵੇਂ ਹੱਥ ਜੋੜ ਕੇ ਤੇ ਮੋਬਾਈਲ ਆਪਣਾ ਸਾਧ ਸੰਗਤ ਜੀ ਮੈਂ ਤੇ ਕਹਿੰਦਾ ਆਪਣੇ ਘਰ ਹੀ ਛੱਡ ਕਰਕੇ ਆਇਆ ਕਰੋ। ਤੇ ਜੇ ਨਾਲ ਲਿਆਉਣਾ ਤੇ ਜਦੋਂ ਦਰਬਾਰ ਦੇ ਵਿੱਚ ਐਂਟਰੀ ਕਰਨੀ ਹੈ, ਐਂਟਰੀ ਤੋਂ ਪਹਿਲਾਂ ਹੀ ਸਾਧ ਸੰਗਤ ਜੀ ਆਪਣਾ ਮੋਬਾਈਲ ਸਵਿਚ ਆਫ ਜਾਂ ਸਾਇਲੈਂਟ ਕਰ ਲਿਆ ਕਰੋ। ਇਹ ਬੇਨਤੀ ਆਪ ਜੀਆਂ ਨੇ ਜ਼ਰੂਰ ਪ੍ਰਵਾਨ ਕਰਨੀ। ਦਰਬਾਰ ਦੇ ਵਿੱਚ ਕਦੇ ਵਾਸਤੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ, ਦ੍ਰਿੜ ਕਰ ਗਹੀ ਤੁਮਾਰੀ ਲੂਕ। ਕਾਢ ਲੇਹੋ ਨਾਨਕ ਆਪਣੇ ਕਉ, ਸੰਸਾਰ ਪਾਵਕ ਕੇ ਕੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।